तो हुण जो 6 महीने रह गए उस तो बाद ज़्यादा एक्टिव होए है। ਉਹਦੇ ਵਿੱਚੋਂ ਕੀ ਬਠਿੰਡੇ ਨੂੰ ਮਿਲ ਰਿਹਾ ਹੈ? ਘੁੱਟ ਕੇ ਮਾਰ ਕੇ ਬਿਠਾ ਕੇ ਅੰਦਰ ਕਰਕੇ ਇਲੈਕਸ਼ਨਾਂ ਜਿੱਤ ਲਈਆਂ। ਪਹਿਲਾਂ ਰਬੜ ਦੀ ਸਟੈਂਪ ਬਣਾ ਲਈ, ਜੋ ਨੇ ਆਪਦੀ ਜੇਬ 'ਚ ਪਾ ਲਈ, ਜੂਏ ਦੇ ਅੱਡੇ ਚਲਾਤੇ, ਇੱਥੇ ਲਾਟਰੀ ਦੇ ਅੱਡੇ ਚਲਾਤੇ, ਇੱਥੇ ਇਹਨਾਂ ਨੇ ਕਸੀਨੋ ਲਿਆ ਕੇ ਖਲਵਾਤੇ। ਉਹ ਮੇਰੀ ਗੱਲ ਦਾ ਜਵਾਬ ਦਿੰਦੇ ਆ। ਮੈਂ ਗੱਲ ਕਰਦਾ ਹਾਂ ਕਿ ਉਹ ਤਾਂ ਸਵਾਹ ਤਾਂ ਖਾਂਦੇ ਹੀ ਖਾਂਦੇ ਸੀਗੇ, ਡਾਕਾ ਮਾਰਤਾ। ਸਵਾਹ ਤਾਂ ਇੱਥੇ ਬਥੇਰਿਆਂ ਨੇ ਖਾਧੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚੋਂ ਮਾਲਵਾ ਅਤੇ ਮਾਲਵੇ ਦੇ ਵਿੱਚੋਂ ਬਠਿੰਡਾ ਸਿਆਸੀ ਪੱਖੋਂ ਕਾਫੀ ਗਰਮੈਸ਼ ਵਾਲਾ ਮਾਹੌਲ ਰਹਿੰਦਾ ਹਮੇਸ਼ਾ ਇੱਥੇ। ਹੁਣ ਇਹ ਗਰਮੈਸ਼ ਫਿਰ ਵੱਧ ਗਈ ਹੈ। ਕਾਰਨ ਕੀ ਹੈ ਕਿ ਵਿਧਾਨ ਸਭਾ 2022 ਦੇ ਇਲੈਕਸ਼ਨਾਂ ਦੇ ਵਿੱਚ ਗਿਣਤੀ ਦੇ ਦਿਨ ਰਹਿ ਗਏ ਹੈ। ਕਾਊਂਟਡਾਊਨ ਜਿਹੜਾ ਸ਼ੁਰੂ ਹੋ ਗਿਆ। ਮੇਰੇ ਨਾਲ ਇਸ ਵਕਤ ਬਠਿੰਡਾ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸਰੂਪ ਚੰਦ ਸਿੰਗਲਾ ਨੇ। ਸਰੂਪ ਚੰਦ ਸਿੰਗਲਾ ਵੱਲੋਂ ਕੁਛ ਦਿਨ ਪਹਿਲਾਂ ਅਜਿਹੇ ਇਲਜ਼ਾਮਾਤ ਲਗਾਏ ਗਏ ਨੇ ਵਿੱਤ ਮੰਤਰੀ ਦੇ ਉੱਤੇ ਕਿ ਵਿੱਤ ਮੰਤਰੀ ਜੋ ਹਮੇਸ਼ਾ ਆਪਣੇ ਆਪ ਨੂੰ ਇਹੋ ਜਿਹੀਆਂ ਕੰਟਰੋਵਰਸੀਜ਼ ਤੋਂ ਦੂਰ ਰੱਖਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਵਿੱਤ ਮੰਤਰੀ ਦੇ ਨਾਲ ਉਹਨਾਂ ਦਾ ਪੱਖ ਜਾਣੀਏ, ਮੇਰੇ ਨਾਲ ਸਰੂਪ ਚੰਦ ਸਿੰਗਲਾ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿੰਗਲਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਟੂ ਦੇ ਦਰਸ਼ਕਾਂ ਨੂੰ ਮੇਰਾ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਗਲਾ ਜੀ, 4-5 ਮਹੀਨੇ ਸਹੀ ਵੇਖੀਏ ਤਾਂ ਮਹੀਨੇ 4 ਹੀ ਰਹਿ ਗਏ। ਇਹਨਾਂ 4 ਮਹੀਨਿਆਂ ਦੇ ਵਿੱਚ ਜੇਕਰ ਦੇਖੀਏ ਕਿ ਤੁਸੀਂ ਹੁਣ ਕੁਛ ਜ਼ਿਆਦਾ ਐਕਟਿਵ ਨਜ਼ਰ ਆਉਣੇ ਹੋ। ਜਿਵੇਂ ਕਹਿੰਦੇ ਹੁੰਦੇ ਨੇ ਕਿ ਪੁਰਾਣੀ ਕਹਾਵਤ ਹੈ ਕਿ ਪਿੰਡ ਨੇੜੇ ਦੇਖ ਕੇ ਮਰਾਸੀ ਨੇ ਜੋੜੇ ਹੱਥ 'ਚ ਫੜਦੇ ਸੀ। ਇਹ ਕਿਉਂ? ਦਾਨੇਵਾਲੀਆ ਸਾਹਿਬ, ਮੇਰਾ ਖਿਆਲ ਕੁਐਸਚਨ ਤੁਸੀਂ ਆਡਿਟ ਕਰ ਲਿਆ। ਮੈਂ ਤਾਂ ਬਠਿੰਡੇ 'ਚ ਸੀ ਅਤੇ ਬਠਿੰਡੇ 'ਚ ਰਿਹਾ ਅਤੇ ਬਠਿੰਡੇ ਰਹਿਣਾ। 4.5 ਸਾਲ ਪਹਿਲਾਂ ਜਿਹੜੇ ਵਿੱਤ ਮੰਤਰੀ ਜੀ ਗਾਇਬ ਰਹੇ ਹੈ, ਅਤੇ ਹੁਣ ਜੋ 6 ਮਹੀਨੇ ਰਹਿ ਗਏ ਉਸ ਤੋਂ ਬਾਅਦ ਜ਼ਿਆਦਾ ਐਕਟਿਵ ਹੋਏ ਹੈ ਅਤੇ ਜ਼ਿਆਦਾ ਡਿਵੈਲਪਮੈਂਟ ਦੇ ਕੰਮ ਉਹ ਕਰਵਾ ਰਹੇ ਹੈ। ਜਿਹੜੇ ਉਹ ਜ਼ਿਆਦਾ ਡਿਵੈਲਪਮੈਂਟ ਦੇ ਕੰਮ ਕਰਵਾ ਰਹੇ ਹੈ, ਉਹਦੇ ਵਿੱਚੋਂ ਕੀ ਬਠਿੰਡੇ ਨੂੰ ਮਿਲ ਰਿਹਾ ਹੈ, ਉਹਦੇ ਬਾਰੇ ਦੱਸਣਾ ਮੇਰੀ ਡਿਊਟੀ ਬਣਦੀ ਹੈ। ਅਤੇ ਜੋ ਕੁਛ ਵੀ ਮੈਂ ਕੀਤਾ ਹੈ ਉਹ ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ, ਕਾਲੇ ਚਿੱਠੇ, ਉਹ ਸਾਰੇ ਮੈਂ ਉਜਾਗਰ ਕੀਤੇ ਹੈ। ਕਿਉਂਕਿ ਜਿਹੜੇ ਕੰਮ ਇਹਨਾਂ ਨੇ ਕਰਨਾ ਹੈ, ਜਿਹੜੇ ਕੰਮ ਇਹ ਕਰਦੇ ਨੇ, ਮੈਂ ਪਹਿਲਾਂ ਵੀ ਚੁੱਕਦਾ ਰਿਹਾ। ਜਿੰਨੇ ਕੰਮ ਇਹਨਾਂ ਨੇ ਕੀਤੇ ਮੈਂ ਪਹਿਲਾਂ ਵੀ ਮੁੱਦੇ ਚੁੱਕੇ। ਹੁਣ ਜਿਹੜੇ ਕੀਤੇ ਨੇ ਮੈਂ ਹੁਣ ਉਹਨਾਂ 'ਤੇ ਆ ਕੇ ਉਹਨਾਂ ਦੇ ਸਵਾਲ ਚੁੱਕ ਰਿਹਾ। ਕਾਰਪੋਰੇਸ਼ਨ ਬਣਾਈ, ਮਿਊਨਿਸਪਲ ਕਾਰਪੋਰੇਸ਼ਨ ਇਹਨਾਂ ਨੇ ਬਣਾਈ, ਵਾਰਡਬੰਦੀ ਕੀਤੀ। ਵਾਰਡਬੰਦੀ ਕਰਨ ਦੇ ਵਿੱਚ ਇਹਨਾਂ ਨੇ ਕਿ ਜਿਹੜੇ ਐਸੀ ਆਬਾਦੀ ਹੁੰਦੀ ਸੀ ਉੱਥੇ ਜਨਰਲ ਵਾਰਡ ਬਣਾਤੇ, ਅਤੇ ਜਿੱਥੇ ਜਨਰਲ ਆਬਾਦੀ ਸੀ ਉਹਦੇ ਐਸੀ ਵਾਰਡ ਬਣਾਤੇ। ਘੁੱਟ ਕੇ ਮਾਰ ਕੇ ਬਿਠਾ ਕੇ ਅੰਦਰ ਕਰਕੇ ਇਲੈਕਸ਼ਨਾਂ ਜਿੱਤ ਲਈਆਂ। 43 ਜਿੱਤਾ ਲਏ। 43 ਕੰਸਟੀਚੁਐਂਸੀ 43 ਬਹੁਤ ਵੱਡੀ ਗਿਣਤੀ ਹੁੰਦੀ ਹੈ ਵੀ 43 ਜਿੱਤਾ ਲਏ। ਚਲੋ ਉਹਦੇ ਵਿੱਚ 43 ਚਲਾ ਕੇ ਬੜੇ ਅੱਛੇ ਪੁਰਾਣੇ ਐਕਸਪੀਰੀਅੰਸ ਬੰਦੇ ਵੀ ਸੀਗੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹਨੂੰ ਫੇਸ ਬਣਾਉਣ ਦੀਆਂ ਗੱਲਾਂ ਕਰੀਆਂ ਜਾਂਦੀਆਂ, ਉਹ ਤੋਂ ਪਾਸੇ ਹਟ ਕੇ ਇੱਕ ਇਸ ਤਰ੍ਹਾਂ ਦਾ ਬੰਦਾ ਜਿਹਨੂੰ ਰਾਜਨੀਤੀ ਦੀ ABC ਨਹੀਂ ਪਤਾ, ਅਤੇ ਜਿਹਨੇ ਕਦੇ ਪੋਲੀਟੀਕਲ ਐਕਟੀਵਿਟੀ ਦੇ ਵਿੱਚ ਹਿਸਾਬ ਹੀ ਨਹੀਂ ਲਾਇਆ, ਕਦੇ ਦੇਖਿਆ ਹੀ ਨਹੀਂ, ਜਿਹੜਾ ਬੰਦਾ ਸ਼ਰਾਬ ਦੇ ਵਿੱਚ ਕਾਰੋਬਾਰੀ ਹੁੰਦਾ ਹੋਇਆ ਉਹਦਾ ਹਿੱਸੇਦਾਰ ਬਣ ਗਿਆ, ਅਤੇ ਹਿੱਸੇਦਾਰ ਬਣ ਕੇ ਫਿਰ ਉਹਨੂੰ ਸਾਰਿਆਂ ਨੂੰ ਦਰਕਨਾਰ ਕਰਕੇ ਅਤੇ ਉਹਨੂੰ ਬਣਾਤਾ ਬਠਿੰਡੇ ਕਾਰਪੋਰੇਸ਼ਨ ਦਾ ਮੇਅਰ। ਔਰ ਫਿਰ ਹੱਦ ਤਾਂ ਇੱਥੇ ਵੀ ਨਹੀਂ ਰਹੀ। ਕਾਰਪੋਰੇਸ਼ਨ ਦੀ ਜਿਹੜੀ ਫਾਈਨਾਂਸ ਕਮੇਟੀ ਹੁੰਦੀ ਹੈ, FCC ਕਹਿੰਦੇ ਹਾਂ ਅਸੀਂ, ਫਾਈਨਾਂਸ ਕਮੇਟੀ ਹੁੰਦੀ ਹੈ। ਮੇਰੇ ਟਾਈਮ 'ਤੇ ਇਦੋਂ ਪਹਿਲਾਂ ਜਦੋਂ ਇਹ ਕਮੇਟੀ ਫਾਰਮ ਨਹੀਂ ਹੋਈ ਸੀ,
5 ਲੱਖ ਰੁਪਏ ਤੱਕ ਜਿਹੜੇ 5 ਮੈਂਬਰ ਆਪਦੀ ਮਰਜ਼ੀ ਨਾਲ ਕੋਈ ਕੰਮ ਕਰਵਾ ਸਕਦੇ ਸੀ। ਜੇ 10 ਲੱਖ ਦਾ ਜਾਂ ਉਦੋਂ ਉੱਪਰ ਕੰਮ ਕਰਾਉਣਾ ਹੁੰਦਾ ਸੀਗਾ ਤੇ ਹਾਊਸ ਮਨਜ਼ੂਰੀ ਦਿੰਦਾ ਸੀ। ਤੇ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕੀਤਾ ਵੀ ਉਹ ਜਿਹੜੇ MC ਦੀਆਂ ਪਾਵਰਾਂ ਖਤਮ ਕਰਤੀਆਂ, ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਕੰਮ ਕਰਨਗੇ। ਮੇਰਾ ਕਹਿਣ ਦਾ ਮਤਲਬ ਹੈ, ਪਹਿਲਾਂ ਰਬੜ ਦੀ ਸਟੈਂਪ ਬਣਾ ਲਈ, ਜੋ ਨੇ ਆਪਦੀ ਜੇਬ 'ਚ ਪਾ ਲਈ, ਉਦੋਂ ਬਾਅਦ ਦੇ ਵਿੱਚ ਜਿਹੜੇ MC ਜਿਤਾਏ ਸੀ ਉਹਨਾਂ ਨੂੰ ਫਰ ਕੱਟ ਕੇ ਘਰੇ ਬਾਹਦਾ। ਅਤੇ ਬਠਿੰਡੇ ਦੀ ਡਿਵੈਲਪਮੈਂਟ ਦਾ ਜਿਹੜਾ ਹੋਇਆ ਹੈ ਕੱਚਾ ਚਿੱਠਾ, ਉਹ ਸਾਰਾ ਤੁਹਾਡੇ ਸਾਹਮਣੇ ਹੈ। ਨਹੀਂ ਸਿੰਗਲਾ ਸਾਹਿਬ, ਚਲੋ ਮੈਂ ਤੁਹਾਡੀ ਪਿਛਲੀ ਗੱਲ ਨਾਲ ਤਾਂ ਸਹਿਮਤ ਹਾਂ। ਆਪਾਂ ਗੱਲ ਆਪਣੇ ਘਰ ਦੀ ਕਰਨੀ ਚਾਹੀਦੀ ਆ। ਤੁਸੀਂ ਗੱਲ ਕੀਤੀ ਕਿ ਇਹਨਾਂ ਨੇ ਆਪਦੇ MC ਜਿਤਾ ਲਏ, ਉਹ ਬੰਦਾ ਅੱਗੇ ਲੈ ਲੈਂਦਾ। ਉਹ ਮਕਸਦ ਜਿਹੜਾ ਹੈ, ਕਿਉਂਕਿ ਕਾਂਗਰਸ ਦੇ MP ਸਵਾਲ ਚੁੱਕਣ ਤਾਂ ਆਪਾਂ ਗੱਲ MC ਸਵਾਲ ਚੁੱਕਣ ਤਾਂ ਆਪਾਂ ਮੰਨ ਸਕਦੇ ਹਾਂ, ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਹਾਂ, ਜਿਹੜੀ ਗੱਲ ਤੁਸੀਂ ਗੱਲ ਕਹੀ ਹੈ, ਕਿਉਂਕਿ ਮੈਂ ਇੱਕ ਚੀਜ਼ ਦੇਖਦਾ ਨਜ਼ਰ ਆ ਰਿਹਾ ਕਿ ਤੁਸੀਂ ਪੋਲੀਟੀਕਲ ਪਾਰਟੀਆਂ ਆਪਦੀ ਗੱਲ ਦੀ ਬਜਾਏ ਅਗਲੇ ਦੀ ਅੰਦਰੂਨੀ ਗੱਲ ਕਰਦੇ ਕਿ ਉਹਨਾਂ ਨੇ ਆਹ ਬੰਦਾ ਲੈ ਲਿਆ, ਉਹਨਾਂ ਨੇ ਆਹ ਕਰਤਾ। ਤੁਸੀਂ ਵਾਰਡਬੰਦੀ ਦੀ ਤੋੜਨ ਦੀ ਗੱਲ ਕੀਤੀ। ਮੈਨੂੰ ਵੀ ਬਠਿੰਡੇ ਰਹਿੰਦੇ ਨੂੰ 20 ਸਾਲ ਹੋ ਗਏ। ਅਕਾਲੀ ਦਲ ਨੇ ਕਿਹੜਾ ਵਾਰਡ ਨਹੀਂ ਤੋੜੇ ਸੀ? ਅਕਾਲੀ ਦਲ ਨੇ ਆਪਦੇ ਬੰਦੇ ਜਿਤਾਉਣ ਲਈ ਹੀ, ਜਿਹੜੇ ਅੱਜ ਉੱਧਰ ਚਲੇ ਗਏ, ਤੁਹਾਡੇ ਸੱਜਣ ਮਿੱਤਰ ਹੁੰਦੇ ਸੀ, ਰਾਈਟ ਹੈਂਡ ਹੁੰਦੇ ਸੀ, ਉਹਨਾਂ ਨੂੰ ਵੀ ਤਾਂ ਇਹੋ ਜਿਹੇ ਵਾਰਡ ਬਣਾ ਕੇ ਦਿੱਤੇ ਸੀ ਵੀ ਇੱਥੋਂ ਗਲੀਆਂ ਵਿੱਚ ਦੀ ਜਿੱਤ ਜਾਣ। ਉਹਨਾਂ ਨੂੰ ਗਲੀਆਂ ਵਿੱਚ ਦੀ ਕੱਢਿਆ। ਦੇਖੋ, ਬਿਲਕੁਲ ਗਲਤ ਹੈ। ਅਕਾਲੀ ਦਲ ਦੇ ਵਿੱਚ ਜਿੰਨੇ ਵੀ ਵਾਰਡ ਬਣੇ, ਡੱਬੇ ਕਦੇ ਨਹੀਂ ਤੋੜੇ ਗਏ, ਆਬਾਦੀ ਨੂੰ ਕਦੇ ਨਹੀਂ ਤੋੜਿਆ ਗਿਆ। ਜੇ SC ਵਾਰਡ, ਜਿਹੜੇ ਏਰੀਏ ਦੇ ਵਿੱਚ SC ਰਹਿੰਦੇ ਆ, ਉਹਨਾਂ ਨੂੰ SC ਬਣਾਇਆ ਗਿਆ। ਜਿਹੜੇ ਜਨਰਲ ਵਾਰਡ ਸੀ, ਉਹਨਾਂ ਨੂੰ ਜਨਰਲ ਬਣਾਇਆ ਗਿਆ। ਅਕਾਲੀ ਦਲ ਦੀ ਵਾਰਡ ਬੰਦੀ, ਸਾਡੀ ਬੰਦ ਚੱਕ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਊ ਉਹਦੇ 'ਚ ਕੀ ਹੈ। ਨਹੀਂ, ਇਹ ਤੋੜਨੇ ਕਿਉਂ ਪੈਂਦੇ? ਹਰ ਵਾਰੀ ਕਿਉਂ ਤੋੜਦੇ? ਇਹ ਡੀਲਿਮਿਟੇਸ਼ਨ ਜੇ ਗੱਲ ਕਰੀ ਤਾਂ ਬੜੇ ਸਾਲਾਂ ਬਾਅਦ ਹੁੰਦੀ ਹੈ। ਚਲੋ, ਇਹ ਤਾਂ ਹਰੇਕ ਜਗ੍ਹਾ ਹੀ ਇਹ ਗੱਲ ਹੁੰਦੀ ਹੈ। ਤੁਸੀਂ ਗੱਲ ਕਹੀ ਕਿ ਉਹਨਾਂ ਨੇ ਕਰੋੜ ਰੁਪਏ ਦਾ ਸਾਰੇ ਕੰਮ ਕਾਜ ਲੈ ਲਏ। ਤੁਸੀਂ, ਮੈਂ ਪਿੱਛੇ ਜੇ ਵੀਡੀਓ ਦੇਖ ਰਿਹਾ ਸੀ, ਤੁਸੀਂ ਉਹਦੇ ਵਿੱਚ ਜਿਹੜੀਆਂ ਇੰਟਰਲੋਕਿੰਗ ਟਾਈਲਾਂ ਹੈਗੀਆਂ ਨੇ, ਤੁਹਾਡੇ ਵੇਲੇ ਵੀ ਤੁਹਾਡੇ ਇੱਕ MC ਨੇ ਸੰਧੂ ਸਾਹਿਬ, ਉਹਨਾਂ ਦੀ ਫੈਕਟਰੀ ਆ, ਉਹਨਾਂ ਨੇ ਵੀ ਬੜਾ ਕੰਮ ਲਾਇਆ। ਉੱਥੇ ਵੀ ਸਵਾਲ ਉਦੋਂ ਚੁੱਕੇ ਗਏ ਸੀਗੇ ਕਿ ਇਹ ਜਿਹੜਾ ਇਹਨਾਂ ਦਾ ਅੰਡਰਸਾਈਜ਼ਡ ਟਾਈਲਾਂ ਨੇ, ISI ਮਾਰਕਾਂ ਨਹੀਂ। ਤੁਹਾਡੇ ਵੇਲੇ ਵੀ ਬਹੁਤ ਕੰਮ ਹੋਇਆ, ਉਦੋਂ ਵੀ ਸਵਾਲ ਉੱਠੇ, ਹੁਣ ਵੀ ਉੱਠੇ। ਇਹ ਕਿਉਂ ਹੋ ਰਿਹਾ ਇਸ ਵਕਤ? ਦੇਖੋ ਦਾਨੇਵਾਲੀਆ ਸਾਹਿਬ, ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਮੈਂ ਕਹਿ ਸਕਦਾ ਕਿ ਨਿਰਮਲ ਸੰਧੂ ਦੀ ਟਾਇਲ ਦੀ ਫੈਕਟਰੀ ਹੋ ਸਕਦੀ ਹੈ। ਨਿਰਮਲ ਸੰਧੂ ਨੇ 1 ਰੁਪਏ ਦਾ ਕੰਟਰੈਕਟ ਦਾ ਕੰਮ ਨਹੀਂ ਕੀਤਾ ਬਠਿੰਡੇ ਸ਼ਹਿਰ 'ਚ। ਸਾਬਤ ਕਰ ਦਿਓ, ਜੋ ਸਾਬਤ ਕਰਦੇ, ਮਨਪ੍ਰੀਤ ਸਾਬਤ ਕਰਦੇ, ਅਸੀਂ ਦੇ ਅੰਦਰ ਹਾਂ। 1 ਰੁਪਏ ਦੇ ਕੰਮ। ਕੋਈ ਬੰਦਾ ਫੈਕਟਰੀ ਲਾ ਕੇ ਆਪਦੀਆਂ ਟਾਈਲਾਂ ਬਣਾਵੇ, ISI ਮਾਰਕ ਹੋਵੇ, ਉਹਦੀ ਜਿਹੜੀ ਜਾ ਕੇ ਕਾਰਪੋਰੇਸ਼ਨ ਦੇ ਵਿੱਚ ਪਹਿਲਾਂ ਸੈਂਪਲ ਜਾਵੇ, ਇਹ ਹੁੰਦਾ ਰਿਹਾ। ਪਹਿਲਾਂ ਟੈਸਟ ਹੋਵੇ, ਟੈਸਟ ਹੋ ਕੇ ਮੁੜ ਕੇ ਟਾਈਲਾਂ ਲੱਗਣ। ਇਹ ਪਰੰਪਰਾ ਰਹੀ ਹੈ, ਸਾਡੀ ਇਹ ਪਰੰਪਰਾ ਰਹੀ ਹੈ। ਔਰ ਹਮੇਸ਼ਾ ਜਿੰਨਾ ਚਿਰ ਕਾਰਪੋਰੇਸ਼ਨ ਬਠਿੰਡੇ ਦੇ ਵਿੱਚ ਰਹੀ ਹੈ, ਇਹ ਹਮੇਸ਼ਾ ਰਹੀ ਹੈ। ਪਰ ਅੱਜ ਉਹ ਪਰੰਪਰਾ ਟੁੱਟ ਚੁੱਕੀ ਹੈ। ਅੱਜ ਨੌਨ ISI ਟਾਈਲਾਂ ਜਿਨ੍ਹਾਂ 'ਤੇ ਹੈ ਨਹੀਂ, ਬਾਜ਼ਾਰਾਂ 'ਚ ਲੱਗੀਆਂ ਪਈਆਂ। ਨੌਨ ISI ਟਾਈਲਾਂ ਕਿਉਂ ਲੱਗ ਗਈਆਂ? ਜਿਹੜਾ ਫਾਈਨ ਸੈਂਡ ਲੱਗ ਰਿਹਾ ਹੈ, ਉਹ ਮਟੀਰੀਅਲ ਹੈ ਕਿੱਥੋਂ ਲੱਗਣ ਲੱਗ ਗਿਆ ਜੀ? ਤੁਸੀਂ ਸਾਡੇ ਟਾਈਮ ਦੀਆਂ ਸੜਕਾਂ ਬਣੀਆਂ, ਕੋਈ ਕੰਪਲੇਂਟ ਦਿਖਾ ਦਿਓ। ਅਤੇ ਅੱਜ ਨਵੀਆਂ ਪੱਟ ਕੇ ਜਿਨ੍ਹਾਂ ਲੋੜ ਨਹੀਂ ਸੀ, ਆਪਦਾ ਰੇਤਾ ਖਵਾਉਣ ਦੀ ਖਾਤਰ ਉਹ 'ਚ ਪਾਇਆ ਗਿਆ। ਅੱਛਾ, ਇੱਕ ਚੀਜ਼ ਦੱਸੋ, ਤੁਸੀਂ ਥਰਮਲ ਪਲਾਂਟ ਦੀ ਜਿਹੜੀ ਉਹ ਸਵਾਹ ਵਾਲਾ ਏਰੀਆ ਉੱਥੇ ਗਏ, ਤੁਸੀਂ ਉੱਥੇ ਜਾ ਕੇ ਸੋ ਕਾਲਡ ਸਟਿੰਗ ਕੀਤਾ, ਦਿਖਾਇਆ ਕਿ ਸੂਰਜ ਦੀ ਪਹੁ ਫਟਦੀ ਨਾਲ ਉੱਥੇ ਲਗਾਤਾਰ ਟਿੱਪਰ ਪਹੁੰਚੇ। ਤੁਸੀਂ ਇਹ ਵੀ ਕਿਹਾ ਕਿ ਮੇਰੇ ਤੇ ਉੱਤੇ ਹਮਲਾ ਹੋਇਆ। ਤੁਹਾਡੇ ਜਵਾਬ ਦੇ ਵਿੱਚ ਤੁਹਾਡੇ ਹੀ ਇੱਕ ਪੁਰਾਣੇ ਸਾਥੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਚਲੇ ਗਏ ਨੇ, ਟਰਾਂਸਪੋਰਟ, ਟਹਿਲ ਸਿੰਘ ਬੁੱਟਰ, ਉਹ ਕਹਿੰਦੇ ਅਕਾਲੀ ਦਲ ਵੇਲੇ ਵੀ ਚੱਲਦਾ ਸੀ ਇਹ ਤਾਂ। ਮੈਂ ਕਹਿੰਦੇ ਉਦੋਂ ਵੀ ਕਰਤਾ ਸੀ। ਦੇਖੋ, ਟਹਿਲ ਸਿੰਘ ਬੁੱਟਰ ਆਪੇ ਬਣਿਆ ਪ੍ਰਧਾਨ ਹੈ। ਕਦੇ ਮੈਂ ਉਹਨੂੰ ਅਹੁਦਾ ਨਹੀਂ ਦਿੱਤਾ ਅਕਾਲੀ ਦਲ ਦਾ, ਕਿਉਂਕਿ ਉਹਦੇ ਜਿਹੜੇ ਕੰਮ ਹੈ, ਉਹ ਕੰਮ ਉਹਦੇ ਜਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਦੀ ਕਾਰਿਆਸ਼ੈਲੀ ਹੈ, ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਪਸੰਦ ਨਹੀਂ ਆਈ ਅਤੇ ਕਦੇ ਵੀ ਮੈਂ ਅਹੁਦਾ ਨਹੀਂ ਦਿੱਤਾ। ਜੇ ਉਹ ਕਿਤੇ ਟਰੱਕ ਯੂਨੀਅਨ ਦਾ ਪ੍ਰਧਾਨ ਬਣਿਆ ਤਾਂ ਆਪ ਵੀ ਪ੍ਰਧਾਨ ਬਣਿਆ। ਮਤਲਬ ਉਹ ਟਾਈਮ ਦੇ ਵਪਾਰੀ, ਹੋ ਸਕਦਾ ਕਿ ਉਸ ਟਾਈਮ ਦੇ ਆਪ ਨੂੰ ਅਕਾਲੀ ਸਮਝਦਾ ਹੋਊਗਾ, ਪਰ ਮੈਂ ਕਦੇ ਅਕਾਲੀ ਨਹੀਂ ਸਮਝਣਾ। ਮੇਰਾ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਰਿਹਾ, ਅਤੇ ਨਾ ਹੀ ਮੈਂ ਉਹਨੂੰ ਕਿਤੇ ਸ਼ਾਮਿਲ ਕੀਤਾ, ਅਤੇ ਨਾ ਹੀ ਕਿਤੇ ਮੈਂ ਟਰੱਕ ਯੂਨੀਅਨ ਦੇ ਵਿੱਚ ਉਹਦੀ ਸ਼ਮੂਲੀਅਤ ਦੇਖੀ ਹੈ। ਉਹ ਆਪਦੇ ਬਣ ਕੇ ਪ੍ਰਧਾਨ ਬਣਿਆ ਰਹਿੰਦਾ ਸੀ। ਉਹਦਾ ਮਤਲਬ ਉਹ ਜਿਹੜੀ ਗੱਲ ਕਰਦਾ ਹੈ
ਜਿਹੜੀਆਂ ਉਹ ਗੱਲਾਂ ਕਰਦਾ ਉਹ ਤਾਂ ਮੁੱਦੇ 'ਤੇ ਹੀ ਨਹੀਂ ਜਾ ਰਿਹਾ। ਮੈਂ ਇਹ ਕਹਿੰਦਾ ਕਿ ਮੈਂ ਤਾਂ ਸਵਾਹ ਦੀ ਗੱਲ ਹੀ ਨਹੀਂ ਕੀਤੀ। ਸਵਾਹ ਤਾਂ ਇੱਥੇ ਬਥੇਰਿਆਂ ਨੇ ਖਾਧੀ ਹੈ, ਬਥੇਰਿਆਂ ਨੇ ਮੂੰਹ ਕਾਲੇ ਕੀਤੇ ਹੈ, ਪਰ ਸਰੂਪ ਚੰਦ ਸਿੰਗਲੇ ਨੇ ਸਵਾਹ ਦਾ ਮੂੰਹ ਨਹੀਂ ਕਾਲਾ ਕੀਤਾ। ਇੱਕ ਸਬੂਤ ਦੱਸ ਦਿਓ, 1 ਰੁਪਈਆ ਦੱਸ ਦਿਓ, ਮੈਂ ਦੇਣਦਾਰ ਹੂੰ ਤੁਹਾਡਾ। ਮੈਂ ਗੱਲ ਕਰਦਾ ਹਾਂ ਕਿ ਉਹ ਤਾਂ ਸਵਾਹ ਤਾਂ ਖਾਂਦੇ ਹੀ ਖਾਂਦੇ ਸੀਗੇ, ਡਾਕਾ ਮਾਰਤਾ ਸਰਕਾਰੀ ਜ਼ਮੀਨ 'ਚ ਬਿਨਾਂ ਕਿਸੇ ਪਰਮਿਸ਼ਨ ਤੋਂ, ਬਿਨਾਂ ਕਿਸੇ ਗੱਲਬਾਤ ਤੋਂ ਐਡਾ ਵੱਡਾ ਇਨਫਰਾਸਟ੍ਰਕਚਰ ਬਣਾ ਕੇ ਅਤੇ ਖੱਡਾ ਮਾਰ ਕੇ ਰੇਤਾ ਕੱਢਣ ਲੱਗੇ। ਰੇਤਾ ਕੱਢ ਕੇ ਜਿਹੜੀਆਂ ਬਠਿੰਡੇ ਦੀਆਂ ਸੜਕਾਂ 'ਤੇ ਪਾਉਣ ਲੱਗੇ ਅਤੇ ਉਹਦੇ ਰਹਿਨਮਾਈ ਜੌਹਲ ਸਾਹਿਬ ਇੱਕ ਗੈਸਟ ਹਾਊਸ ਜਿਹੜੇ IPS ਜਾਂ ਉਦੋਂ ਉੱਪਰ ਜਿਹੜੇ ਲੋਕ ਰਹਿ ਸਕਦੇ ਆ ਸਵੀਟ, ਉਹ ਸਵੀਟ ਦੇ ਵਿੱਚ ਮਹਾਰਾਜਾ ਬਣ ਕੇ ਰਹਿ ਰਿਹਾ। ਅਤੇ ਇਸ ਸਾਰੇ ਜਿਹੜਾ ਇਹਨਾਂ ਨੇ ਬਣਾਇਆ ਵਾ ਸਟਰਕਚਰ ਹੈ ਪੈਸੇ ਕਮਾਉਣ ਦਾ, ਪੈਸੇ ਖੱਟਣ ਦਾ, ਉਹਦੇ ਵਿੱਚੋਂ ਉਹਦੀ ਜਾ ਕੇ ਆਪਦਾ ਦਫ਼ਤਰ ਚਲਾ ਰਿਹਾ ਜਾਂ ਉੱਥੇ ਮੈਂ ਕਹਿ ਸਕਦੇ ਹਾਂ ਕਿ ਪੈਸੇ ਇਕੱਠੇ ਕਰ ਰਿਹਾ। ਉਹ ਤੁਹਾਡੇ ਸਾਹਮਣੇ ਨਹੀਂ, ਪੈਸੇ ਇਕੱਠੇ ਕਰ ਰਿਹਾ, ਸਾਰਾ ਕੁਝ ਕਰ ਰਿਹਾ। ਜੈਜੀਤ ਜੌਹਲ ਬੜੇ ਵਾਰੀ ਇਹ ਗੱਲ ਕਹਿ ਚੁੱਕਿਆ ਕਿ ਮੈਂ ਇਹ ਕੌਂਸਟੀਟੂਐਂਸੀ ਵਿੱਤ ਮੰਤਰੀ ਦੇ ਨਿੱਜੀ ਰਿਸ਼ਤੇਦਾਰ ਹੋਣ ਦੇ ਤੌਰ 'ਤੇ, ਪਰਿਵਾਰਕ ਮੈਂਬਰ ਦੇ ਤੌਰ 'ਤੇ, ਕਿਉਂਕਿ ਉਹ ਵਿੱਤ ਮੰਤਰੀ ਦਾ ਅਹੁਦਾ ਹੈ, ਮੈਂ ਦੇਖ ਰਿਹਾ, ਮੈਂ ਨਾ ਪੋਲੀਟੀਕਲ ਪਾਰਟੀ ਜਾਂ ਕਿਸੇ 'ਚ, ਨਾ ਮੈਂ ਮੇਰੇ ਕੋਲ ਪੋਲੀਟੀਕਲ ਪਾਰਟੀ ਦਾ ਅਹੁਦਾ, ਮੈਂ ਰਿਪਰੈਜ਼ੈਂਟ ਕਰਦਾ ਵਿੱਤ ਮੰਤਰੀ। ਨਹੀਂ, ਇਹ ਤਾਂ ਰੀਪ੍ਰਜੈਂਟ ਕਰਦਾ। ਅਸੀਂ ਤਾਂ ਜਵਾਬ ਵਿੱਤ ਮੰਤਰੀ ਤੋਂ ਮੰਗਦੇ, ਅਸੀਂ ਤਾਂ ਵਿੱਤ ਮੰਤਰੀ ਚੁਣਿਆ, ਕੋਈ ਜੋਜੋ ਦਾ ਨਹੀਂ ਚੁਣਿਆ। ਬਠਿੰਡੇ ਕੰਸਟੀਚੁਐਂਸੀ ਨੇ MLA ਵਿੱਤ ਮੰਤਰੀ ਨੂੰ ਚੁਣਿਆ ਅਤੇ ਮੈਂ ਸਾਬਕਾ MLA ਹਾਂ, ਮੈਂ ਇੱਥੇ CPS ਵੀ ਰਿਹਾ। ਮੈਂ ਕੁਛ ਜੇ ਮੈਨੂੰ ਇਹ ਜਿੱਤੇ ਆ ਤਾਂ ਕੋਈ 35-40 ਹਜ਼ਾਰ ਵੋਟ ਮੈਨੂੰ ਵੀ ਪਈ ਹੈ। ਮੈਂ ਉਹ ਵੋਟਾਂ ਦੀ ਨੁਮਾਇੰਦਗੀ ਕਰਦੇ ਹੋਏ ਮੈਂ ਸਵਾਲ ਪੁੱਛਦਾ ਮਨਪ੍ਰੀਤ ਬਾਦਲ ਨੂੰ, ਅਤੇ ਜੋਜੋ ਜੀ ਰਾਤ ਨੂੰ 11 ਵਜੇ ਕਿਹੜੇ ਲਹਿਜੇ ਦੇ ਵਿੱਚ ਮੈਨੂੰ ਜਾ ਕੇ ਜਵਾਬ ਦਿੰਦੇ ਆ। ਉਹ ਕਿਰਦਾਰ ਦੇ ਲੋਕ ਜਿਨ੍ਹਾਂ 'ਤੇ ਐਲੀਗੇਸ਼ਨ ਲੱਗਦੇ ਆ ਕਿ ਬਠਿੰਡੇ ਸ਼ਹਿਰ ਨੂੰ ਲੁੱਟ ਕੇ ਖਾ ਗਏ। ਜਿਹੜੇ ਸ਼ਹਿਰ ਦੇ ਵਿੱਚ ਇਹਨਾਂ ਨੇ ਮਸਾਜ ਸੈਂਟਰ ਚਲਾਤੇ, ਇਸ ਸ਼ਹਿਰ ਦੇ ਵਿੱਚ ਜੂਏ ਦੇ ਅੱਡੇ ਚਲਾਤੇ, ਇੱਥੇ ਲਾਟਰੀ ਦੇ ਅੱਡੇ ਚਲਾਤੇ, ਇੱਥੇ ਇਹਨਾਂ ਨੇ ਕਸੀਨੋ ਲਿਆ ਕੇ ਖੁਲਵਾਤੇ। ਉਹ ਮੇਰੀ ਗੱਲ ਦਾ ਜਵਾਬ ਦਿੰਦੇ ਆ। ਇਹਨਾਂ ਲੋਕਾਂ ਦਾ ਕਿਰਦਾਰ ਮੇਰੇ ਵਰਗੇ ਲੋਕਾਂ ਨਾਲ ਮੇਲ ਖਾ ਸਕਦਾ, ਜਿਹੜੇ ਕਿ ਅਸੀਂ ਸਹੀ ਸਾਡੀਆਂ ਡਿਊਟੀਆਂ ਨੂੰ ਅਸੀਂ ਮੰਨਣ ਵਾਲੇ ਬੰਦੇ ਹਾਂ। ਅਸੀਂ ਕਹਿੰਦੇ ਸਾਡਾ ਮੇਰੇ 10 ਸਾਲਾਂ ਦਾ ਟਰੈਕ ਰਿਕਾਰਡ ਤੁਸੀਂ ਵੀ ਉਸ ਵਿੱਚ ਰਹੇ ਹੋ, ਉਹਦੇ ਵਿੱਚ ਰਹੇ ਹੋ। ਕੰਮ ਦੇ ਵਿੱਚ ਕਮੀਆਂ ਜ਼ਰੂਰ ਰਹੀਆਂ ਹੋਣਗੀਆਂ, ਭਾਵਨਾ ਦੇ ਵਿੱਚ ਕਮੀ ਨਹੀਂ ਰਹੀ। ਜਾਂਦੇ ਵਾਲੀਆ ਸਾਹਿਬ ਜਦੋਂ ਮਰਜ਼ੀ ਚੈੱਕ ਕਰ ਸਕਦੇ ਹੋ। ਪਰ ਇੱਕ ਚੀਜ਼ ਆ, ਮੈਂ ਦੇਖਣ 'ਚ ਸਿੰਗਲਾ ਸਾਹਿਬ ਗੱਲ ਆਉਂਦੀ ਹੈ ਕਿ ਅਕਸਰ ਆਪਾਂ ਇਲਜ਼ਾਮਾਤ ਜਿਹੜੇ ਲੱਗਦੇ ਨੇ, ਤੁਹਾਡੇ ਵੇਲੇ ਵੀ ਲੱਗੇ, ਤੁਹਾਡੀ ਪੋਲੀਟੀਕਲ ਪਾਰਟੀ 'ਤੇ ਲੱਗੇ, ਤੁਹਾਡੇ ਸਾਥੀਆਂ 'ਤੇ ਲੱਗੇ, ਤੁਹਾਡੇ ਸਾਥੀਆਂ ਦੇ ਉੱਤੇ ਇਲਜ਼ਾਮਾਤ ਲੱਗੇ ਕਿ ਉਹਨਾਂ ਨੇ ਪਲਾਟਾਂ 'ਤੇ ਕਬਜ਼ੇ ਕੀਤੇ, ਉਹਨਾਂ ਨੇ ਸਰਕਾਰੀ ਜ਼ਮੀਨਾਂ ਵੇਚ ਕੇ ਦੱਬੀਆਂ, ਹੋਰ ਦੱਬੀਆਂ, ਪਰ ਤੁਸੀਂ ਉਦੋਂ ਕਿਤੇ ਨਹੀਂ ਬੋਲੇ ਉਹਨਾਂ ਬਾਰੇ। ਕਿਉਂਕਿ ਦੇਖੋ, ਇਲਜ਼ਾਮਾਤ ਜਦੋਂ ਪਾਵਰ 'ਚ ਬੰਦਾ ਹੁੰਦਾ ਉਹ ਇਹ ਕੰਮ ਕਰਦਾ। ਇਲਜ਼ਾਮਾਤ ਲੱਗੇ ਆ ਮੇਰੇ ਸਾਹਮਣੇ, ਲੋਕਾਂ ਨੇ, ਇਹ ਚਰਚਾ ਸੀ ਬਠਿੰਡੇ ਦੇ ਵਿੱਚ ਕਿ ਸਰੂਪ ਚੰਦ ਸਿੰਗਲਾ ਦੇ ਜਿਹੜੇ ਸੱਜੇ ਤੇ ਖੱਬੇ ਸਾਥੀ ਨੇ, ਬੇਸ਼ੱਕ ਅੱਜ ਉਹ ਨਹੀਂ ਰਹੇ, ਉਹਨਾਂ ਦੇ ਉੱਤੇ ਬੜੇ ਇਲਜ਼ਾਮਾਤ ਲੱਗੇ। 1 ਰੁਪਈਆ ਗੱਜ ਕੀ ਚੀਜ਼ ਹੁੰਦੀ ਹੈ, ਉਹਦੇ ਇਕਰਾਰਨਾਮੇ ਹੋਏ, ਉਦੋਂ ਕਿਉਂ ਨਹੀਂ ਬੋਲੇ ਸਰੂਪ ਸਿੰਗਲਾ ਜੀ? ਦਾਨੇਵਾਲੀਆ ਸਾਹਿਬ, ਮੈਂ ਇੱਕ ਗੱਲ ਕਹਿ ਸਕਦਾ, ਕਬਜ਼ੇ ਹੋਏ ਪ੍ਰਾਪਰਟੀਆਂ 'ਤੇ ਮੈਂ ਮੰਨ ਸਕਦਾ, ਤੁਸੀਂ ਕਹਿ ਤਾ ਕਬਜ਼ੇ ਹੋਏ, ਮੈਂ ਨਹੀਂ ਮੰਨਦਾ ਕਿ ਕਬਜ਼ੇ ਹੋਏ, ਪਰ ਤੁਸੀਂ ਕਹਿੰਦੇ ਆ ਇੱਕ ਬੰਦਾ ਦਿਖਾ ਦਿਓ ਸਰੂਪ ਸਿੰਗਲੇ ਕੋਲ ਆਇਆ ਉਹਨਾਂ ਨਿਆਂ ਨਾ ਮਿਲਿਆ ਹੋਵੇ। ਇੱਕ ਬੰਦਾ ਅੱਜ ਬਠਿੰਡਾ ਸ਼ਹਿਰ ਬੈਠਾ ਹੈ, ਇੱਕ ਆਦਮੀ ਬਠਿੰਡੇ ਸ਼ਹਿਰ ਦਾ ਉੱਠ ਕੇ ਕਹਦੇ ਕਿ ਮੈਂ ਸਿੰਗਲਾ ਸਾਹਿਬ ਕੋਲ ਗਿਆ ਸੀ, ਮੇਰੀ ਪ੍ਰਾਪਰਟੀ 'ਤੇ ਕਬਜ਼ਾ ਹੋਇਆ, ਸਰੂਪ ਸਿੰਗਲਾ ਨੇ ਮਦਦ ਨਹੀਂ ਕੀਤੀ, ਤਾਂ ਮੈਂ ਦੇ ਮੇਰੇ ਕੋਲੇ ਕੋਈ ਗੱਲ ਆਈ, ਜੇ ਕਿਸੇ ਨਾਲ ਗਲਤ ਹੋਇਆ ਤੇ ਗਲਤ ਨੂੰ ਗਲਤ ਕਿਹਾ, ਤੇ ਜੇ ਸਹੀ ਹੋਇਆ ਸਹੀ ਕਿਹਾ। ਚਲੋ ਆਪਾਂ ਇਲਜ਼ਾਮਾਤ ਤੋਂ ਨਿਕਲ ਕੇ ਇੱਕ ਅੱਛੀ ਰਾਜਨੀਤੀ ਵੱਲ ਆਉਂਦੇ ਹੋ। ਇਲੈਕਸ਼ਨਾਂ ਦੇ ਦਿਨ ਥੋੜ੍ਹੇ ਰਹਿ ਗਏ, ਤੁਹਾਡਾ ਕੀ ਏਜੰਡਾ ਹੁਣ ਅੱਗੇ ਜਾ ਕੇ? ਇਹ ਦਿਨ ਹੈਗੇ ਆ, ਤੁਸੀਂ ਕਿਸ ਤਰ੍ਹਾਂ ਆਪਦੇ ਇਲੈਕਸ਼ਨ ਦੀ ਤਿਆਰੀ ਕਿਸ ਤਰ੍ਹਾਂ ਕਰ ਰਹੇ ਹੋ, ਲੋਕਾਂ 'ਚ ਕਿਵੇਂ ਜਾ ਰਹੇ? ਦਾਨੇਵਾਲੀਆ ਸਾਹਿਬ, ਮੈਂ ਬਿਨਾਂ ਚਾਹੇ ਰਾਜਨੀਤੀ 'ਚ ਆਇਆ ਮੈਂ, ਔਰ ਮੈਂ ਇੱਕੋ ਹੀ ਗੱਲ ਕਹਿਣਾ ਕਿ ਪਰਮਾਤਮਾ ਦੀ ਬਖਸ਼ੀ ਹੋਈ ਸੇਵਾ ਮੈਨੂੰ ਮਿਲੀ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਰਾਜਨੀਤੀ 'ਚ ਆਵਾਂ, ਰਾਜਨੀਤੀ 'ਚ ਆ ਗਿਆ। 10 ਸਾਲ ਮੈਂ ਕੰਮ ਕੀਤਾ। ਕੰਮ ਕਰਨ ਦੇ ਵਿੱਚ ਜਿਹੜੀ ਮੇਰੀ ਭਾਵਨਾ ਰਹੀ, ਉਹ ਸੱਚੀ ਸੁੱਚੀ ਭਾਵਨਾ ਰਹੀ ਕਿ ਮੈਂ ਆਪਦੇ ਬਠਿੰਡੇ ਦਾ ਵਿਕਾਸ ਕਰਾਉਣਾ, ਔਰ ਮੈਨੂੰ ਤਸੱਲੀ ਵੀ ਹੋਈ
ਮੈਂ ਉਹਦੇ ਵਿੱਚ ਕਾਮਯਾਬ ਵੀ ਬਹੁਤ ਹੋਇਆ। ਅਤੇ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਮੈਂ ਕਾਟਾਂ ਦਾ ਤਾਂ ਹੋ ਗਿਆ ਜੀ, ਅਤੇ ਹੁਣ ਮਾਲਕ ਨੇ ਅਗਲੀ ਦਾ ਬੋਨਸ ਦੀ ਹੈ, ਔਰ ਮੈਨੂੰ ਇੱਜ਼ਤ। ਵੱਡੇ ਬਾਦਲ ਸਾਹਿਬ ਤਾਂ 90 ਦੇ ਨੇੜੇ ਤੇੜੇ ਜਾ ਵਜੇ, ਇਹ ਤਾਂ ਬਹੁਤ ਫਰਕ ਹੈ। ਨਹੀਂ, ਇਹ ਗੱਲ ਸੋਚ ਹੁੰਦੀ ਹੈ ਵੀ ਜਦੋਂ ਬੱਚੇ ਵੱਡੇ ਹੋ ਜਾਣ, ਉਹ ਆਪਦੇ ਪੈਰਾਂ 'ਤੇ ਹੋ ਜਾਣ। ਮੇਰੇ ਇੱਕ ਬੇਟਾ ਹੈ, ਮੇਰੀ ਬੇਟੀ ਹੈ, ਜਾਂ ਸਾਡੀ 3 ਭਰਾ ਹੈ, ਤਿੰਨਾਂ ਭਰਾਵਾਂ ਦੀ ਫੈਮਿਲੀ ਦੇ ਜਿਹੜੇ ਬੱਚੇ ਹੋਏ ਆ ਵੱਡੇ, ਉਹ ਸਾਰੇ ਵਿਆਹੇ ਗਏ। ਸਾਡੀ ਪੀੜ੍ਹੀ ਜਿਹੜੀ ਹੈਗੀ ਹੁਣ ਅੱਗੇ ਪੋਤਿਆਂ ਵਾਲੀ ਪੀੜ੍ਹੀ ਸਾਡੀ ਸ਼ੁਰੂ ਹੋਈ ਵੀ ਹੈ। ਮੈਂ ਕਹਿ ਸਕਦਾ ਕਿ ਆਉਣ ਵਾਲੀ ਮੇਰੀ ਬੋਨਸ ਦੀ ਹੈ। ਇਹ ਬੋਨਸ ਬਠਿੰਡੇ ਦਾ ਹੈ। ਜੇ ਮੈਨੂੰ ਰੱਬ ਨੇ ਸੇਵਾ ਬਖਸ਼ੀ, ਜੇ ਮਾਲਕ ਨੇ ਕਿਰਪਾ ਕੀਤੀ, ਮੈਨੂੰ ਮੌਕਾ ਮਿਲਿਆ, ਤਾਂ ਭਾਵਨਾ ਪਹਿਲਾਂ 'ਚ ਵੀ ਮੇਰੀ ਕਮੀ ਨਹੀਂ ਸੀ, ਅਤੇ ਭਾਵਨਾ ਉਹੀ ਰਹੂਗੀ ਜਿਹੜਾ ਮੇਰਾ ਐਕਸਪੀਰੀਅੰਸ, ਜਿਹੜਾ ਮੇਰਾ ਤਜਰਬਾ, ਅਤੇ ਜਿਹੜਾ ਮੇਰੀ ਕੰਮ ਕਰਨ ਦੀ ਕਲਾ ਜਾਂ ਕੈਪੈਸਿਟੀ ਹੈ, ਉਹ ਬਠਿੰਡੇ ਸ਼ਹਿਰ ਦੇ ਲੋਕਾਂ ਵਾਸਤੇ ਸਮਰਪਿਤ ਹੋਏਗੀ, ਬਠਿੰਡੇ ਨੂੰ ਅੱਗੇ ਲੈ ਕੇ ਜਾਣਾ। ਅੱਛਾ, ਆਪਾਂ ਵੋਟ ਕੈਲਕੂਲੇਸ਼ਨ ਦੇ ਉੱਤੇ ਆ ਜਾਈਏ। ਪਿਛਲੀ ਵਾਰੀ ਤੁਹਾਡੀ ਬੀਜੇਪੀ ਨਾਲ ਅਲਾਇੰਸ ਸੀਗਾ, ਬੀਜੇਪੀ ਤੁਹਾਡੇ ਨਾਲ ਸੀ, ਕਾਂਗਰਸ ਇਕੱਲੀ ਸੀ, ਆਮ ਆਦਮੀ ਪਾਰਟੀ ਸੀ। ਜੇਕਰ ਅਸੀਂ ਮੁੱਖ ਤੌਰ ਦੇ ਉੱਤੇ ਦੇਖੀਏ ਤਾਂ ਐਤਕੀ ਬੀਜੇਪੀ ਵੀ ਆਪਦਾ ਬੰਦਾ ਉਤਾਰੂਗੀ ਵੱਖਰੇ ਤੌਰ ਦੇ ਉੱਤੇ, ਆਮ ਆਦਮੀ ਪਾਰਟੀ ਵੀ ਆਊਗੀ। ਆਮ ਆਦਮੀ ਪਾਰਟੀ ਨੇ ਬੜੇ ਐਲਾਨ ਕਰਤੇ। ਲੋਕ ਤੋਲ ਮੋਲ ਤੁਹਾਡੀਆਂ ਗੱਲਾਂ ਦਾ ਵੀ ਕਰਨਗੇ, ਅਤੇ ਜਿਹੜੇ ਭਾਸ਼ਣਾਂ ਦੇ ਵਿੱਚ ਵਾਅਦੇ ਵਿੱਤ ਮੰਤਰੀ ਜੀ ਨੇ ਕੀਤੇ ਸੀ, ਉਹਨਾਂ ਦਾ ਵੀ ਜਿਹੜਾ ਅਸੈਸਮੈਂਟ ਲੈਣਗੇ, ਕਿਉਂਕਿ ਤੁਹਾਡਾ ਕੰਮ ਹੈ ਕਿ ਤੁਸੀਂ ਤਾਂ ਆਪਸ ਵਿੱਚ ਇੱਕ ਦੂਜੇ ਦੀ ਗੱਲ ਨੂੰ ਉੱਤੇ ਕਰਨਾ ਹੈ। ਜਿਹੜੇ ਉਹਨੇ ਵਾਅਦੇ ਨਹੀਂ ਕੀਤੇ ਉਹਨਾਂ ਨੂੰ ਅੱਗੇ ਲਿਆਉਣਾ। ਪਰ ਲੋਕ ਵੀ ਅੱਜ ਕੱਲ੍ਹ ਬੜੇ ਸਿਆਣੇ ਨੇ, ਕਿਉਂਕਿ YouTube Facebook ਦੇ ਉੱਤੇ ਹਰ ਚੀਜ਼ ਪ੍ਰਤੱਖ ਪਈ ਹੈ, ਉਹਦੀ ਵੇਖ ਲੈਂਦੇ ਆ ਕਿ 5 ਸਾਲ ਪਹਿਲਾਂ ਤੁਸੀਂ ਕੀ ਗੱਲ ਕਹੀ ਸੀ, 7 ਸਾਲ ਪਹਿਲਾਂ ਤੁਸੀਂ ਕੀ ਵਾਅਦਾ ਕੀਤਾ ਸੀ, ਅਤੇ ਕਿਹੜੀ ਗੱਲ 'ਤੇ ਤੁਸੀਂ ਮੁੱਕਰੇ। ਬੀਜੇਪੀ ਨਾਲ ਤੁਹਾਡਾ ਇੱਕ ਵਿਆਹੁਤਾ ਰਿਸ਼ਤਾ ਸੀ, ਉਹ ਕਹਿੰਦੇ ਸੀ ਬੜਾ ਚੱਲੂਗਾ, ਉਹ ਵੀ ਟੁੱਟ ਗਿਆ। ਚਲੋ ਪੋਲੀਟੀਕਲ ਹੈ, ਕਹਿੰਦੇ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਸੋ ਇਹਦੇ ਵਿੱਚ ਤੁਸੀਂ ਆਪਣੇ 3 ਜਿਹੜੇ ਵਿਰੋਧੀ ਪੱਖ ਹੋਣਗੇ, ਉਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਚੱਲੋਗੇ? ਦਾਨੇਵਾਲੀਆ ਸਾਹਿਬ, ਜਿਹੜੀ ਬਠਿੰਡੇ ਦੀ ਜਿਹੜੀ ਇੱਕ ਮੈਂ ਤੁਹਾਨੂੰ ਦੱਸਾਂ ਕਿ ਬਠਿੰਡੇ ਦੇ ਜਿਹੜੇ ਲੋਕ ਹੈ, ਮੈਂ ਕਹਿ ਸਕਦਾ ਕਿ ਉਹ ਹਰਾਉਂਦੇ ਹੈ। ਮਤਲਬ ਜਿਹੜਾ ਬੰਦਾ ਆ ਗਿਆ ਅਤੇ ਉਹਨੂੰ ਹਰਾਉਂਦੇ ਹੈ, ਜਿਤਾਉਂਦੇ ਨਹੀਂ ਹੈ ਜੀ। ਅਤੇ ਮੈਂ ਤੁਹਾਡੇ ਰਾਹੀਂ ਬਠਿੰਡੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਐਕਚੁਅਲੀ ਤੁਸੀਂ ਹਰਾਓ ਨਾ ਕਿਸੇ ਨੂੰ। ਹਾਰਨ ਵਾਲਿਆਂ ਨੇ ਤਾਂ ਹਾਰਨਾ ਹੈ, ਮਾੜੇ ਕੰਮਾਂ ਵਾਲਿਆਂ ਨੇ। ਤੁਸੀਂ ਜਿਤਾਓ ਕੰਮਾਂ ਨੂੰ ਦੇਖ ਕੇ ਕਿ ਕਿਹੜੇ ਬੰਦੇ ਦਾ ਕਰੈਕਟਰ, ਕਿਹੜੇ ਬੰਦੇ ਦੀ ਸੋਚ ਸਮਾਜ ਦੇ ਪ੍ਰਤੀ ਚੰਗੀ ਹੈ। ਦੂਜੀ ਗੱਲ ਕਿ ਪਿਛਲੀ ਵਾਰੀ ਜਿਹੜਾ ਮੁਕਾਬਲਾ ਹੋਇਆ ਸੀ, ਅਸੀਂ ਉਸ ਮੁਕਾਬਲੇ 'ਚੋਂ ਬਾਹਰ ਸੀ। ਉਹ ਮੁਕਾਬਲਾ ਆਪ ਅਤੇ ਕਾਂਗਰਸ ਦੇ ਵਿੱਚ ਹੋਇਆ ਸੀ। ਆਪ ਦਾ ਕੈਂਡੀਡੇਟ ਸੀ ਜਿਹੜਾ, ਉਹਨੂੰ 44,000 ਵੋਟ ਗਈ ਸੀ ਜੀ। ਆਪ ਦੇ ਕੈਂਡੀਡੇਟ ਨੂੰ 44,000 ਵੋਟ ਸੀ, ਅਤੇ 44,000 ਵੋਟ ਬਿਨਾਂ ਕਿਸੇ ਕੰਮ ਕੀਤੇ ਜਾਂ ਬਿਨਾਂ ਕਿਸੇ ਸੋਚੇ ਜਾਂ ਬਿਨਾਂ ਕਿਸੇ ਸਮਝੇ ਲੋਕਾਂ ਨੇ ਇੱਕ ਉਮੀਦ 'ਤੇ ਪਾਈ ਸੀ। ਮੇਰੀ 10 ਸਾਲਾਂ ਦਾ ਜਿਹੜਾ ਮੇਰਾ ਸੇਵਾ ਹੈ, ਲੋਕ ਉਹਨੂੰ ਦੇਖਣਗੇ। ਜਿਹੜੇ ਇਹ ਹੁਣ ਅੱਜ ਸਾਡੇ 'ਚ MLA ਹੈ, ਇਹਦੇ ਵਾਅਦੇ, ਇਹਦੇ ਲੱਛੇਦਾਰ ਭਾਸ਼ਣ, ਇਹਦੇ ਬਹੁਤ ਗਿਆਨ ਦੀਆਂ ਗੱਲਾਂ ਲੋਕਾਂ ਤੋਂ ਜਿਹੜੀਆਂ ਸੁਣੀਆਂ ਹੈ, ਉਹਨਾਂ ਦਾ ਜਵਾਬ ਦੇਣਗੇ। ਅਤੇ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਤਰ੍ਹਾਂ ਜਿਵੇਂ ਲੋਕਾਂ ਦੀਆਂ ਫੋਨ ਕਾਲਸ ਆ ਰਹੀਆਂ ਹੈ, ਜਿਸ ਤਰ੍ਹਾਂ ਲੋਕਾਂ ਦੇ ਆਪ ਮੁਹਾਰੇ ਹੋ ਕੇ ਮੇਰੀ ਉਹਦੇ ਵਿੱਚ ਆ ਰਹੇ ਹੈ, ਜਾਂ ਜਿਸ ਤਰ੍ਹਾਂ ਗੱਲ ਸਮਾਜ ਦੇ ਵਿੱਚ ਚੱਲ ਰਹੀ ਹੈ, ਕਿਉਂਕਿ ਧਰਤੀ ਦੇ ਵਿੱਚ ਥੱਲੇ ਤਾਂ ਲੈਂਦੇ ਆ, ਨੈਸ਼ਨਲ ਫੀਲਡ 'ਚੋਂ ਆ ਰਹੀਆਂ, ਸਾਡੇ ਵਰਕਰਾਂ 'ਚੋਂ ਆ ਰਹੀਆਂ। ਸਾਨੂੰ ਐਕਚੁਅਲੀ ਲੋਕ ਮੈਨੂੰ ਬਠਿੰਡੇ 'ਚ ਬਹੁਤ ਵਧੀਆ ਸਮਰਥਨ ਦੇਣਗੇ, ਅਤੇ ਬੜੀ ਵਧੀਆ ਜਿਹੜੀ ਜਿੱਤ ਜਿਹੜੀ ਸਾਡੀ ਹੋਊ। ਮੈਂ ਵਿੱਤ ਮੰਤਰੀ ਜੀ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਤੁਹਾਡੇ ਰਾਹੀਂ ਜੀ। ਵਿੱਤ ਮੰਤਰੀ ਜੀ, ਜਿਹੜਾ ਥਰਮਲ ਵਾਲੀ ਥਾਂ ਹੈ, ਉਹਦੇ ਵਿੱਚ ਖੱਡਾ ਲੱਗਿਆ ਹੋਇਆ ਹੈ। ਉਹ ਜਿਹੜਾ ਖੱਡਾ ਲੱਗਿਆ ਹੈ, ਉਹ 2020 ਤੋਂ ਬਾਅਦ ਲੱਗਿਆ। ਉਹਦੀਆਂ ਲਾਈਵ ਤਸਵੀਰਾਂ ਤੁਸੀਂ ਗੂਗਲ ਅਰਥੋਂ ਦੇਖ ਸਕਦੇ ਹੋ। ਉੱਥੋਂ ਰੇਤਾ ਕੱਢਦੇ ਚੱਕੇ ਸਕਦੇ ਹੋ। ਮੈਂ ਉਹਦਾ ਐਫੀਡੇਵਿਟ ਦਿੱਤਾ ਹੈ। ਐਫੀਡੇਵਿਟ ਦੇ ਕੇ ਮੈਂ 100 ਰੁਪਏ ਦੇ ਸਟੈਂਪ ਪੇਪਰ 'ਤੇ ਐਫੀਡੇਵਿਟ ਦਿੱਤਾ ਹੈ। ਉੱਥੇ ਖੱਡਾ ਹੈਗਾ,
ਖੱਡੇ ਸੋਡੇ ਬੰਦ ਨਹੀਂ ਕੀਤਾ ਜਾਣਾ, ਕਿਉਂਕਿ ਉਹ ਨਿਸ਼ਾਨ ਨਹੀਂ ਜਾਣੇ। ਖੱਡਾ ਬਣ ਚੁੱਕਿਆ, ਰੇਤਾ ਉਹਦੇ 'ਚੋਂ ਕੱਢਿਆ ਜਾ ਚੁੱਕਿਆ, ਉਹ ਸਾਰਾ ਕੁਝ ਉੱਥੇ ਹੈਗਾ। ਮੇਰੀ ਬੇਨਤੀ ਹੈ ਕਿ ਤੁਸੀਂ ਬੜੇ ਵੱਡੇ ਭਾਸ਼ਣ ਦਿੱਤੇ ਹੈ, ਰਾਜਨੀਤੀ ਨੂੰ ਚੇਂਜ ਕਰਨ ਦੀ ਗੱਲ ਕੀਤੀ ਹੈ। ਪਿਛਲਾ ਤਾਂ ਚਲੋ ਹੋ ਗਿਆ, ਲੋਕ ਤੁਹਾਨੂੰ ਮਾਫ ਕਰ ਦੇਣਗੇ। ਮੇਰੀ ਬੇਨਤੀ ਹੈ ਵੀ ਉਹ ਖੱਡੇ ਦੀ ਕਲੈਰੀਫਿਕੇਸ਼ਨ ਦੇ ਦਿਓ ਵੀ ਉੱਥੇ ਖੱਡਾ ਹੈਗਾ ਕਿ ਨਹੀਂ। ਜੇ ਹੈਗਾ, ਜੇ ਖੱਡਾ ਉੱਥੇ ਹੈਗਾ ਤਾਂ ਸੋਥੋਂ ਕੋਈ ਮੈਂ ਉਮੀਦ ਨਹੀਂ ਕਰਦਾ ਜੋ ਉਹ ਲੋਕ ਕਰਨਗੇ। ਜੇ ਖੱਡਾ ਤੁਸੀਂ ਇਹ ਸਾਬਤ ਕਰ ਦਿਓ ਵੀ ਉੱਥੇ ਖੱਡਾ ਹੈ ਨਹੀਂ, ਤੇ ਸਰੂਪ ਸਿੰਘਲਾ ਸਿਆਸਤ ਤੋਂ ਸੰਨਿਆਸ ਲੈ ਲਓ। ਇਹ ਕਿੰਨੇ ਕੁ ਦਾ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਰੁਪਈਆਂ ਦੀ ਉੱਥੋਂ ਰੇਤਾ ਰੁੱਤਾ ਤੇ ਸਾਰਾ ਕੁਝ ਗਾਇਬ ਹੋਇਆ? 10 ਲੱਖ ਰੁਪਏ ਰੋਜ਼ ਦਾ ਕਰੰਟ ਜਾ ਰਿਹਾ ਸੀ, 10 ਲੱਖ ਰੁਪਏ ਰੋਜ਼ ਦਾ। ਇੱਥੇ ਵੱਡੇ ਪਰਚੇ ਵੀ ਹੋਏ ਆ ਇਹ ਪਿਛਲੇ 5 ਸਾਲਾਂ ਦੇ ਵਿੱਚ। ਕਾਂਗੜ ਤੇ ਵਰਸਸ ਜੋ ਮਨਪ੍ਰੀਤ ਟੀਮ, ਇੱਕ ਦੂਜੇ ਦੇ ਪਰਚੇ ਵੀ ਹੋਏ ਆ। ਉਹ ਜਿਹੜੀਆਂ FIR ਮੌਜੂਦ ਪਈਆਂ ਉਹਦੇ ਉੱਤੇ ਜਿਹੜਾ ਕੁਛ ਪਿਆ ਹੈ, ਤੇ ਉੱਥੇ ਜਿਹੜਾ ਕੁਛ ਬੜਾ ਤੁਸੀਂ ਅੱਜ ਅਖਬਾਰ ਨੇ ਵੀ ਕਹਿਤਾ, ਅਖਬਾਰ ਦੇ ਵਿੱਚ ਲਿਖਿਆ ਪੁੱਡਾ ਵਾਲੇ ਕਹਿੰਦੇ ਅਸੀਂ ਕਦੇ ਟੈਂਡਰ ਨਹੀਂ ਕੀਤਾ, ਬਿਜਲੀ ਬੋਰਡ ਵਾਲੇ ਕਹਿੰਦੇ ਅਸੀਂ ਕਿਸੇ ਨੇ ਟੈਂਡਰ ਨਹੀਂ ਕੀਤਾ। ਤਾਂ ਫਿਰ ਟੈਂਡਰ ਦਾ ਇਕੱਲਾ ਜੋ ਨਹੀਂ ਕਰ ਲਿਆ, ਉਹ ਤਾਂ ਸਾਰਾ ਕੁਛ ਆ ਗਿਆ ਰਿਕਾਰਡ ਦੇ ਉੱਤੇ। 10 ਲੱਖ ਰੁਪਏ ਰੋਜ਼ ਦੀ ਖੇਡ ਰਿਹਾ ਜੀ। ਸੋ ਤਮਾਮ ਗੱਲਾਂ, ਇਲਜ਼ਾਮਾਤ ਵਿਰੋਧੀਆਂ ਦੇ ਉੱਤੇ ਅਕਸਰ ਪਾਰਟੀਆਂ ਲਾਉਂਦੀਆਂ ਰਹਿੰਦੀਆਂ ਨੇ। ਕਲੈਰੀਫਿਕੇਸ਼ਨ ਜ਼ਰੂਰ ਲਵਾਂਗੇ, ਵਿੱਤ ਮੰਤਰੀ ਹੋਰਾਂ ਤੋਂ ਵੀ ਸਮਾਂ ਲਵਾਂਗੇ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇ ਨੂੰ ਦਿਓ ਇਜਾਜ਼ਤ। ਧੰਨਵਾਦ।